ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮਿਲ USA ਟੀਵੀ ਤੇ ਮੈਂ ਸੁਰਬੇ ਪ੍ਰੋਗਰਾਮ ਇੰਟਰਨੈਸ਼ਨਲ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੀ ਹਾਂ। ਪ੍ਰੋਗਰਾਮ ਵਿੱਚ ਖਾਸ ਕਰ ਅਮਰੀਕਾ ਦੇ ਨਾਲ ਜੁੜੀਆਂ ਹੋਈਆਂ ਖਾਸ ਅਪਡੇਟਸ ਉੱਤੇ ਅਸੀਂ ਕਰਨੀ ਹੈ ਚਰਚਾ। ਸੋ ਸਭ ਤੋਂ ਪਹਿਲੀ ਅਪਡੇਟ ਇਹ ਸਾਹਮਣੇ ਆ ਰਹੀ ਹੈ ਕਿ ਡੋਨਾਲਡ ਟਰੰਪ ਨੂੰ ਅਦਾਲਤ ਤੋਂ ਇੱਕ ਵੱਡਾ ਝਟਕਾ ਲੱਗਾ ਹੈ। ਜੀ ਹਾਂ, ਡੋਨਾਲਡ ਟਰੰਪ ਦਾ ਉਹ ਐਲਾਨ ਜਿਸ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਇਹ ਕਿਹਾ ਸੀ ਕਿ ਅਮਰੀਕਾ ਵਿੱਚ ਪੈਦਾ ਹੋਏ ਗੈਰ ਕਾਨੂੰਨੀ ਪ੍ਰਵਾਸੀ ਜਾਂ ਫਿਰ ਪ੍ਰਵਾਸੀਆਂ ਦੇ ਬੱਚਿਆਂ ਨੂੰ ਹੁਣ ਨਾਗਰਿਕਤਾ ਨਹੀਂ ਮਿਲੇਗੀ। ਸਿੱਧੇ ਤੌਰ ਤੇ ਕਹਾਵਾਂ ਤੇ ਜਨਮ ਅਧਿਕਾਰ ਨਾਗਰਿਕਤਾ ਤੇ ਡੋਨਾਲਡ ਟਰੰਪ ਵੱਲੋਂ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸੀ, ਪਰ ਹੁਣ ਅਦਾਲਤ ਦੇ ਵੱਲੋਂ ਇਸ ਨੂੰ ਰੋਕ ਦਿੱਤਾ ਗਿਆ ਸੀਗਾ। ਇੱਕ ਵੱਡਾ ਝਟਕਾ ਲੱਗਾ ਸੀ, ਪਰ ਹਾਲੇ ਤੱਕ ਇਹ ਰੋਕ ਬਰਕਰਾਰ ਹੈ। ਪਰ ਡੋਨਾਲਡ ਟਰੰਪ ਇਹ ਚਾਹੁੰਦੇ ਨੇ ਕਿ ਅਮਰੀਕਾ ਵਿੱਚੋਂ ਜਨਮ ਨਾਗਰਿਕਤਾ ਦਾ ਜੋ ਅਧਿਕਾਰ ਹੈ ਉਹਨਾਂ ਪ੍ਰਵਾਸੀਆਂ ਤੋਂ ਖੋਹ ਲਿਆ ਜਾਵੇ ਜਿਨ੍ਹਾਂ ਦੇ ਬੱਚੇ ਇੱਥੇ ਪੈਦਾ ਹੋ ਰਹੇ ਨੇ। ਪਰ ਅਮਰੀਕਾ ਦੇ ਵਿੱਚ ਸ਼ੁਰੂ ਤੋਂ ਹੀ ਇਹ ਸਭ ਚੱਲਿਆ ਆ ਰਿਹਾ ਹੈ। ਪਰ ਰਾਸ਼ਟਰਪਤੀ ਡੋਨਾਲਡ ਟਰੰਪ ਜਿਸ ਦਿਨ ਤੋਂ ਰਾਸ਼ਟਰਪਤੀ ਬਣੇ ਨੇ ਉਸ ਤੋਂ ਬਾਅਦ ਉਹਨਾਂ ਸਾਰਿਆਂ ਦੀ ਚਿੰਤਾਵਾਂ ਵੱਧ ਗਈਆਂ ਸੀ ਜੋ ਅਮਰੀਕਾ ਦੇ ਵਿੱਚ ਜਾਂ ਫਿਰ ਅਸਥਾਈ ਤੌਰ ਤੇ ਮੌਜੂਦ ਨੇ ਜਾਂ ਕਿਸੇ ਹੋਰ ਤਰੀਕੇ ਨਾਲ ਅਮਰੀਕਾ 'ਚ ਪਹੁੰਚੇ ਨੇ ਜਿਨ੍ਹਾਂ ਦੇ ਬੱਚੇ ਟਰੰਪ ਪ੍ਰਸ਼ਾਸਨ ਦੇ ਦੌਰਾਨ ਯਾਨੀ ਇਸ ਸਾਲ ਜਦੋਂ ਟਰੰਪ ਰਾਸ਼ਟਰਪਤੀ ਬਣੇ ਉਸ ਤੋਂ ਬਾਅਦ ਪੈਦਾ ਹੋਏ, ਉਹਨਾਂ ਦੀ ਚਿੰਤਾ ਕਿਤੇ ਨਾ ਕਿਤੇ ਵੱਧ ਗਈ ਸੀਗੀ। ਪਰ ਹਲੇ ਤੱਕ ਥੋੜੀ ਰਾਹਤ ਹੈ ਕਿਉਂਕਿ ਅਦਾਲਤ ਵੱਲੋਂ ਹਲੇ ਤੱਕ ਡੋਨਾਲਡ ਟਰੰਪ ਦੇ ਇਸ ਜੋ ਫੈਸਲੇ ਨੂੰ ਰੋਕ ਕੇ ਰੱਖਿਆ ਹੋਇਆ ਹੈ, ਯਾਨੀ ਕਿ ਡੋਨਾਲਡ ਟਰੰਪ ਦੇ ਇਸ ਹੁਕਮ ਨੂੰ ਹਲੇ ਤੱਕ ਇਜਾਜ਼ਤ ਨਹੀਂ ਮਿਲੀ ਹੈ। ਸੋ ਅਮਰੀਕਾ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪ੍ਰਸ਼ਾਸਨ ਨੂੰ ਹੇਠਲੀ ਅਦਾਲਤ ਤੋਂ ਝਟਕਾ ਮਿਲਿਆ ਹੈ। ਮੈਰੀਲੈਂਡ ਦੀ ਇੱਕ ਸੰਘੀ ਜੱਜ ਨੇ ਦੇਰ ਰਾਤ ਇਹ ਫੈਸਲਾ ਸੁਣਾਇਆ ਕਿ ਟਰੰਪ ਪ੍ਰਸ਼ਾਸਨ ਨਾਜਾਇਜ਼ ਜਾਂ ਅਸਥਾਈ ਤੌਰ ਤੇ ਰਹਿਣ ਵਾਲੇ ਲੋਕਾਂ ਦੇ ਪੈਦਾ ਹੋਏ ਬੱਚਿਆਂ ਦੀ ਨਾਗਰਿਕਤਾ ਤੇ ਰੋਕ ਨਹੀਂ ਲਗਾ ਸਕਦਾ। ਜਨਮਜਾਤ ਨਾਗਰਿਕਤਾ ਦੇ ਨਾਲ ਜੁੜੇ ਅਮਰੀਕੀ ਸਰਵਉੱਚ ਅਦਾਲਤ ਦੇ ਜੂਨ ਦੇ ਇੱਕ ਅਹਿਮ ਫੈਸਲੇ ਤੋਂ ਬਾਅਦ ਤੋਂ ਹੀ ਇਹ ਚੌਥਾ ਅਦਾਲਤੀ ਫੈਸਲਾ ਹੈ, ਯਾਨੀ ਕਿ ਚੌਥਾ ਫੈਸਲਾ ਆ ਚੁੱਕਿਆ ਹੈ ਜਿਸ ਵਿੱਚ ਜਨਮ ਅਧਿਕਾਰ ਨਾਗਰਿਕਤਾ ਦੇ ਜੋ ਹੁਕਮ ਨੂੰ ਰੱਦ ਕਰਨ ਤੋਂ ਰੋਕ ਲਗਾਈ ਗਈ ਹੈ। ਅਮਰੀਕੀ ਡਿਸਟ੍ਰਿਕਟ ਜੱਜ ਡੇਬੋਰਾ ਬੋਚਮੈਨ ਨੇ ਇਹ ਫੈਸਲਾ ਸੁਣਾਇਆ ਹੈ। ਬੋਚਮੈਨ ਨੇ ਫਰਵਰੀ 'ਚ ਪੂਰੇ ਦੇਸ਼ 'ਚ ਟਰੰਪ ਦੇ ਇਸ ਹੁਕਮ ਤੇ ਰੋਕ ਲਗਾਉਣ ਦੇ ਸਬੰਧ 'ਚ ਸ਼ੁਰੂਆਤੀ ਰੋਕ ਜਾਰੀ ਕੀਤੀ ਸੀ। ਬੋਚਮੈਨ ਨੇ ਫੈਸਲਾ ਸੁਣਾਇਆ ਕਿ 19 ਫਰਵਰੀ 2025 ਤੋਂ ਬਾਅਦ ਅਮਰੀਕਾ 'ਚ ਜੰਮੇ ਉਹਨਾਂ ਸਾਰੇ ਬੱਚਿਆਂ ਨੂੰ ਨਾਗਰਿਕਤਾ ਪਾਉਣ ਦਾ ਹੱਕ ਹੈ ਜੋ ਟਰੰਪ ਦੇ ਹੁਕਮ ਦਾ ਸ਼ਿਕਾਰ ਹੋ ਸਕਦੇ ਹਨ। ਹਾਲਾਂਕਿ ਜੂਨ 'ਚ ਸਰਵਉੱਚ ਅਦਾਲਤ ਨੇ ਕਿਹਾ ਸੀ ਕਿ ਹੇਠਲੀਆਂ ਅਦਾਲਤਾਂ ਆਮ ਤੌਰ ਤੇ ਰਾਸ਼ਟਰੀ ਪੱਧਰੀ ਰੋਕ ਜਾਰੀ ਨਹੀਂ ਕਰ ਸਕਦੀਆਂ, ਪਰ ਉਹਨਾਂ ਨੂੰ ਹੋਰਨਾਂ ਅਦਾਲਤੀ ਹੁਕਮਾਂ ਨੂੰ ਖਾਰਜ ਨਹੀਂ ਕੀਤਾ ਸੀ। ਸੋ ਹਲੇ ਤੱਕ ਤਾਂ ਇਹ ਰਾਹਤ ਹੈ ਕਿ ਅਦਾਲਤ ਵੱਲੋਂ ਇਸ ਗੱਲ ਦੀ ਆਗਿਆ ਨਹੀਂ ਮਿਲੀ ਹੈ। ਇਸ ਕਰਕੇ ਜੋ ਬੱਚੇ ਟਰੰਪ ਪ੍ਰਸ਼ਾਸਨ ਦੌਰਾਨ ਯਾਨੀ ਇਸ ਸਾਲ ਫਰਵਰੀ 'ਚ ਪੈਦਾ ਹੋਏ ਨੇ ਉਹਨਾਂ ਨੂੰ ਹਲੇ ਤੱਕ ਤਾਂ ਹੱਕ ਹੈ, ਉੱਥੇ ਰਹਿਣ ਦਾ ਅਧਿਕਾਰ ਮਿਲਿਆ ਹੋਇਆ ਹੈ। ਪਰ ਅਗਰ ਇਹ ਫੈਸਲਾ ਬਦਲ ਜਾਂਦਾ ਹੈ ਤੇ ਉਹਨਾਂ ਸਾਰੇ ਬੱਚਿਆਂ ਦੇ ਉੱਤੇ ਇੱਕ ਵੱਡੀ ਗਾਜ ਡਿੱਗ ਜਾਏਗੀ ਜੋ ਅਮਰੀਕਾ ਵਿੱਚ ਪੈਦਾ ਹੋਏ ਨੇ, ਕਿਉਂਕਿ ਦੈਨ ਅਗਰ ਟਰੰਪ ਦਾ ਇਹ ਹੁਕਮ ਜਾਰੀ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਉੱਥੇ ਦੀ ਜਨਮ ਨਾਗਰਿਕਤਾ ਨਹੀਂ ਮਿਲੇਗੀ। ਉਸ ਤੋਂ ਬਾਅਦ ਟਰੰਪ ਸਰਕਾਰ ਆਪਣੇ ਫੈਸਲੇ ਬਦਲ ਸਕਦੇ ਨੇ ਅਤੇ ਉਸ ਤੋਂ ਬਾਅਦ ਕੀ ਨਵਾਂ ਫੈਸਲਾ ਆਏਗਾ ਇਹ ਵੀ ਦੇਖਣਾ ਹੋਏਗਾ। ਸੋ ਹੁਣ ਗੱਲ ਕਰਦੇ ਹਾਂ ਜੀ ਟਰੰਪ ਦੇ ਉਸ ਫੈਸਲੇ ਦੀ ਜਿਸ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ, ਟਰੰਪ ਦੇ ਟੈਰਿਫ ਦੇ ਐਲਾਨ। ਇਸ ਹੁਕਮਾਂ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਸਿਰਫ ਔਰ ਸਿਰਫ ਟਰੰਪ ਦੀ ਗੱਲਾਂ ਚੱਲ ਰਹੀਆਂ ਨੇ। ਕਿਤੇ ਟਰੰਪ ਦੇ ਦੁਸ਼ਮਣ ਬੰਦੇ ਹੋਏ ਨਜ਼ਰ ਆ ਰਹੇ ਨੇ, ਕਿਤੇ ਟਰੰਪ ਦੇ ਦੋਸਤ ਬੰਦੇ ਹੋਏ ਨਜ਼ਰ ਆ ਰਹੇ ਨੇ। ਦੁਸ਼ਮਣ ਮੈਂ ਇਸ ਕਰਕੇ ਕਿਹਾ, ਦੁਸ਼ਮਣ ਤਾਂ ਚਲੋ ਨਹੀਂ ਕਹਿ ਸਕਦੇ, ਪਰ ਟਰੰਪ ਦੇ ਦੂਸਰੇ ਦੇਸ਼ਾਂ ਦੇ ਨਾਲ ਟਕਰਾਅ ਬਹੁਤ ਹੋ ਰਿਹਾ ਹੈ, ਤਣਾਅ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ, ਜਿਸ ਵਿੱਚ ਸਾਡਾ ਭਾਰਤ ਦੇਸ਼ ਵੀ ਸ਼ਾਮਲ ਹੈ। ਭਾਰਤ ਦੇਸ਼ ਦੇ ਨਾਲ ਅਮਰੀਕਾ ਦੇ ਸਬੰਧ ਜੋ ਇੱਕ ਸਮੇਂ ਦੇ ਬਹੁਤ ਚੰਗੇ ਲੱਗ ਰਹੇ ਸੀ, ਪਰ ਅੱਜ ਇਹ ਸਬੰਧ ਕਿਤੇ ਨਾ ਕਿਤੇ ਖਰਾਬ ਨਜ਼ਰ ਆ ਰਹੇ ਨੇ, ਜਿਸ ਕਰਕੇ ਭਾਰਤ ਅਤੇ ਅਮਰੀਕਾ ਦੇ ਵਿੱਚ ਇੱਕ ਤਕਰਾਰ ਆ ਚੁੱਕੀ ਹੈ। ਦੋਨਾਂ ਦੇ ਵਿੱਚ ਤਣਾਅ ਜਿਹੜਾ ਹੈ ਵੱਧ ਚੁੱਕਿਆ ਹੈ। ਸੋ ਭਾਰਤ ਨੇ ਦੁਨੀਆ ਦੇ 100 ਤੋਂ ਵੱਧ ਮੁਲਕਾਂ ਉੱਤੇ ਟਰੰਪ ਦੀਆਂ ਟੈਰਿਫਸ ਲਾਗੂ ਹੋ ਚੁੱਕੀਆਂ ਹਨ। ਜੀ ਹਾਂ, ਭਾਰਤ ਨੂੰ 50% ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਬਾਕੀ ਮੁਲਕਾਂ ਨੂੰ ਪਹਿਲਾਂ ਤੋਂ ਤੈਅ ਦਰਾਂ ਦੇ ਮੁਤਾਬਕ ਅਦਾਇਗੀ ਕਰਨੀ ਹੋਵੇਗੀ। ਭਾਰਤ ਦੇ ਉੱਤੇ ਸਭ ਤੋਂ ਪਹਿਲਾਂ 25% ਟੈਰਿਫ ਲਗਾਇਆ ਗਿਆ ਸੀ, ਪਰ ਰੂਸ ਤੋਂ ਤੇਲ ਖਰੀਦਣ ਕਰਕੇ ਭਾਰਤ ਨੂੰ 25% ਹੋਰ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਗੱਲ ਬਿਲਕੁਲ ਵੀ ਜਾਇਜ਼ ਨਹੀਂ ਹੈ। ਪਰ ਭਾਰਤ ਵੀ ਪਿੱਛੇ ਹਟਣ ਵਾਲਾ ਨਹੀਂ ਹੈ। ਭਾਰਤ ਨੇ ਸਾਫ਼ ਤੌਰ ਤੇ ਕਿਹਾ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਨਹੀਂ ਕਰੇਗਾ। ਇਸ ਕਰਕੇ ਭਾਰਤ ਨੇ ਰੂਸ ਦੇ ਨਾਲ ਹੱਥ ਮਿਲਾਉਣ ਦੀ ਗੱਲ ਕਹੀ ਹੈ ਅਤੇ ਇਸ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਅਮਰੀਕਾ ਦੇ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ ਕਿ ਅੱਧੀ ਰਾਤ ਹੋ ਚੁੱਕੀ ਹੈ ਅਤੇ ਟੈਰਿਫਸ ਦੇ ਰੂਪ ਵਿੱਚ ਅਰਬਾਂ ਡਾਲਰ ਅਮਰੀਕਾ ਵੱਲ ਆ ਰਹੇ ਹਨ।
ਤੁਹਾਨੂੰ ਇਹ ਦੱਸ ਦਈਏ ਕਿ ਟਰੰਪ ਵੱਲੋਂ 2 ਅਪ੍ਰੈਲ ਤੋਂ ਟੈਰਿਫਸ ਲਾਗੂ ਕਰਨ ਦਾ ਐਲਾਨ ਕੀਤਾ ਗਿਆ, ਪਰ ਕੌਮਾਂਤਰੀ ਸ਼ੇਅਰ ਬਾਜ਼ਾਰ ਦੇ ਹਾਲਾਤ ਬੱਤਰ ਹੋ ਗਏ ਅਤੇ ਨਿਵੇਸ਼ਕਾਂ ਨੇ ਆਪਣੇ ਸ਼ੇਅਰ ਵੇਚਣੇ ਸ਼ੁਰੂ ਕਰ ਦਿੱਤੇ। ਇਸ ਕਰਕੇ ਅਮਰੀਕਾ ਦਾ ਸ਼ੇਅਰ ਬਾਜ਼ਾਰ ਵੀ ਮੁੱਦੇ ਮੁੱਢ ਗਿਆ ਅਤੇ ਸਿਰਫ 2 ਦਿਨ ਵਿੱਚ 10% ਤੋਂ ਵੱਧ ਗਿਰਾਵਟ ਦਰਜ ਕੀਤੀ ਗਈ। ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਟਰੰਪ ਨੇ ਟੈਰਿਫਸ ਦਾ ਮਾਮਲਾ ਜੋ ਸੀਗਾ ਉਹ 90 ਦਿਨਾਂ ਲਈ ਟਾਲ ਦਿੱਤਾ, ਯਾਨੀ ਕਿ ਮੁਲਤਵੀ ਕਰ ਦਿੱਤਾ। 2 ਅਪ੍ਰੈਲ ਨੂੰ ਟੈਰਿਫ ਲਗਾਏ, then ਇਸ ਨੂੰ ਅੱਗੇ ਵਧਾ ਦਿੱਤਾ ਜੋ ਜੁਲਾਈ ਤੱਕ ਪਹੁੰਚ ਗਿਆ। ਇਸ ਵਾਰ ਭਾਵੇਂ ਵੱਖ-ਵੱਖ ਮੁਲਕਾਂ ਦੇ ਨਾਲ ਵਪਾਰ ਸਮਝੌਤੇ ਕਰਦਿਆਂ ਟਰੰਪ ਵੱਲੋਂ ਟੈਰਿਫਸ ਕਿਸੇ ਹੱਦ ਤੱਕ ਹੇਠਾਂ ਲਿਆਂਦੀਆਂ ਗਈਆਂ, ਪਰ ਆਰਥਿਕ ਮਾਹਰਾਂ ਦਾ ਇਹ ਕਹਿਣਾ ਹੈ ਕਿ ਕੌਮਾਂਤਰੀ ਬਾਜ਼ਾਰਾਂ ਤੇ ਅਸਰ ਲਾਜ਼ਮੀ ਪਵੇਗਾ। ਦੂਜੇ ਪਾਸੇ ਅਮਰੀਕਾ ਦੀ ਯੇਲ ਯੂਨੀਵਰਸਿਟੀ ਦੇ ਅੰਦਾਜ਼ੇ ਦੇ ਮੁਤਾਬਕ ਔਸਤ ਟੈਰਿਫ ਦਰ 18.3% ਹੋ ਚੁੱਕੀ ਹੈ, ਜੋ ਪਿਛਲੇ 100 ਸਾਲ ਵਿੱਚ ਸਭ ਤੋਂ ਜ਼ਿਆਦਾ ਹੈ। 1909 ਵਿੱਚ ਅਮਰੀਕਾ 21% ਟੈਰਿਫਸ ਵਸੂਲ ਰਿਹਾ ਸੀ। ਵਿਦੇਸ਼ਾਂ ਤੋਂ ਆਉਣ ਵਾਲੀਆਂ ਚੀਜ਼ਾਂ ਉੱਤੇ ਜ਼ਿਆਦਾ ਟੈਕਸ ਲੱਗਣ ਕਰਕੇ ਅਮਰੀਕਨ ਪਰਿਵਾਰਾਂ ਨੂੰ ਹਰ ਸਾਲ $2400 ਵਾਧੂ ਖਰਚ ਕਰਨੇ ਹੋਣਗੇ। ਪਹਿਲਾਂ ਜਿਹੜਾ ਵਿਦੇਸ਼ੀ ਸਮਾਨ $100 ਵਿੱਚ ਮਿਲ ਰਿਹਾ ਸੀ, ਹੁਣ ਉਹ $118 ਤੋਂ ਵੱਧ ਕੀਮਤ ਤੇ ਮਿਲੇਗਾ। ਇਸ ਗੱਲ ਤੋਂ ਇਹ ਸਪਸ਼ਟ ਹੋ ਰਿਹਾ ਹੈ ਕਿ ਅਗਰ ਇਹ ਟੈਰਿਫ ਦੂਸਰੇ ਦੇਸ਼ਾਂ ਤੇ ਲੱਗ ਰਹੇ ਨੇ ਤੇ ਇਸ ਦਾ ਅਸਰ ਅਮਰੀਕਾ ਤੇ ਪਏਗਾ। ਅਮਰੀਕਾ ਦੇ ਵਿੱਚ ਮਹਿੰਗਾਈ ਵਧੇਗੀ, ਇਸ ਕਰਕੇ ਜੋ ਅਮਰੀਕਨਸ ਹੋਣਗੇ ਉਹਨਾਂ ਨੂੰ ਥੋੜਾ ਵਾਧੂ ਜੋ ਹੈ ਅਦਾਇਗੀ ਕਰਨੀ ਪਏਗੀ। ਹਰ ਚੀਜ਼ ਨੂੰ ਲੈ ਕੇ ਥੋੜਾ ਜਿਹਾ ਜ਼ਿਆਦਾ ਖਰਚਾ ਕਰਨਾ ਪਏਗਾ। ਸੋ ਆਰਥਿਕ ਮਾਹਰਾਂ ਨੇ ਇਹ ਦਾਅਵਾ ਕੀਤਾ ਹੈ ਕਿ ਅਮਰੀਕਾ ਵਿੱਚ ਉਹਨਾਂ ਚੀਜ਼ਾਂ ਦੀਆਂ ਕੀਮਤਾਂ ਹੋਰ ਵਧਣਗੀਆਂ ਜਿਨ੍ਹਾਂ ਦੇ ਵਿੱਚ ਸਟੀਲ ਅਤੇ ਐਲੂਮੀਨੀਅਮ ਦੀ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਇਹਨਾਂ ਦੇ ਉੱਤੇ ਹੀ ਜ਼ਿਆਦਾ ਟੈਕਸ ਲੱਗਿਆ ਹੈ। ਇੱਕ ਹੋਰ ਅੰਦਾਜ਼ੇ ਦੇ ਮੁਤਾਬਕ ਟਰੰਪ ਦੀਆਂ ਟੈਰਿਫਸ ਨਾਲ ਅਮਰੀਕਾ ਦੇ GDP ਨੂੰ $140 ਅਰਬ ਦਾ ਨੁਕਸਾਨ ਹੋਵੇਗਾ। ਖਾਣ ਪੀਣ ਵਾਲੀਆਂ ਚੀਜ਼ਾਂ ਦਾ ਜ਼ਿਕਰ ਕਰਾਂ ਤੇ ਕੇਲੇ ਹੋ ਗਏ, ਕੌਫੀ ਸਭ ਤੋਂ ਮਹਿੰਗੇ ਹੋਣਗੇ, ਜਦਕਿ ਮੱਛੀ, ਬੀਅਰ ਅਤੇ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਦੇ ਅਸਾਰ ਹਨ। ਟਰੰਪ ਦਾਅਵਾ ਕਰ ਰਹੇ ਹਨ ਕਿ ਅਮਰੀਕਾ ਦਾ ਅਰਥਚਾਰਾ ਮਜ਼ਬੂਤ ਹੋਵੇਗਾ, ਪਰ ਮਾਹਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਵਧੀ ਤਾਂ ਲੋਕ ਖਰੀਦਦਾਰੀ ਘਟਾ ਦੇਣਗੇ ਅਤੇ ਰੋਜ਼ਗਾਰ ਦੇ ਮੌਕੇ ਘਟ ਸਕਦੇ ਹਨ। ਹੁਣ ਤੱਕ ਮੋੜਵੀਆਂ ਟੈਰਿਫਸ ਦਾ ਜ਼ਿਆਦਾ ਰੌਲਾ ਨਹੀਂ ਪਿਆ, ਪਰ ਸਮਾਂ ਲੰਘਣ ਤੇ ਜਵਾਬੀ ਕਾਰਵਾਈ ਸਾਹਮਣੇ ਆ ਸਕਦੀ ਹੈ। ਸਭ ਤੋਂ ਵੱਡਾ ਖਤਰਾ ਰਿਸੈਸ਼ਨ ਦਾ ਮੰਡਰਾਉਣ ਲੱਗਾ ਹੈ। ਕੌਮਾਂਤਰੀ ਏਜੰਸੀਆਂ ਅਤੇ ਆਰਥਿਕ ਮਾਹਰਾਂ ਨੇ ਸਾਫ਼ ਲਫ਼ਜ਼ਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਟੈਰਿਫ ਜੰਗ ਅੱਗੇ ਵਧੀ ਤਾਂ ਦੁਨੀਆ ਨੂੰ ਰਿਸੈਸ਼ਨ ਤੋਂ ਕੋਈ ਨਹੀਂ ਬਚਾ ਸਕਦਾ। IMF ਦੇ ਅੰਦਾਜ਼ੇ ਮੁਤਾਬਕ ਕਾਰੋਬਾਰੀ ਜੰਗ ਕਰਕੇ ਕੌਮਾਂਤਰੀ ਵਿਕਾਸ ਦਰ 3.3% ਤੋਂ ਘਟ ਕੇ 3% ਤੇ ਆ ਸਕਦੀ ਹੈ। ਟਰੰਪ ਦੀਆਂ ਟੈਰਿਫਸ ਹਰ ਮੁਲਕ ਨੂੰ ਪ੍ਰਭਾਵਿਤ ਕਰਨਗੀਆਂ ਅਤੇ ਇਨ੍ਹਾਂ ਕਰਕੇ ਵਸਤਾਂ ਦੇ ਨਿਰਮਾਣ ਤੇ ਐਕਸਪੋਰਟਸ ਵਿੱਚ ਕਮੀ ਆ ਸਕਦੀ ਹੈ। ਸੋ ਟਰੰਪ ਵੱਲੋਂ ਤਾਂ ਟੈਰਿਫਸ ਨੂੰ ਅਮਰੀਕਾ ਲਈ ਬਹੁਤ ਅੱਛਾ ਮੰਨਿਆ ਜਾ ਰਿਹਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਇਸ ਦੇ ਨਾਲ ਅਮਰੀਕਾ ਦੀ ਅਰਥ ਵਿਵਸਥਾ ਹੋਰ ਮਜ਼ਬੂਤ ਹੋਵੇਗੀ। ਹਾਲੇ ਵੀ ਡੋਨਲਡ ਟਰੰਪ ਇਹ ਕਹਿ ਰਹੇ ਨੇ ਕਿ ਟੈਰਿਫ ਲੱਗੇ ਨੂੰ ਚਾਹੇ 2 ਦਿਨ ਹੋਏ ਨੇ, ਪਰ ਹੌਲੀ ਹੌਲੀ ਅਮਰੀਕਾ ਦੇ ਵੱਲ ਡਾਲਰ ਆਉਣੇ ਸ਼ੁਰੂ ਹੋ ਚੁੱਕੇ ਨੇ, ਅਮਰੀਕਾ ਵੱਲ ਪੈਸਾ ਆਉਣਾ ਸ਼ੁਰੂ ਹੋ ਚੁੱਕਿਆ ਹੈ, ਜੋ ਕਿ ਅਮਰੀਕਾ ਵਾਸਤੇ ਬਹੁਤ ਫਾਇਦੇਮੰਦ ਹੋਵੇਗਾ। ਪਰ ਦੂਸਰੇ ਪਾਸੇ ਮਾਹਰ ਇਹ ਕਹਿੰਦੇ ਨੇ ਕਿ ਇਸ ਟੈਰਿਫ ਦਾ ਨੁਕਸਾਨ ਅਮਰੀਕਨਸ ਨੂੰ ਹੋਏਗਾ, ਉਹਨਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਹਲੇ ਇਹ ਸਥਿਤੀ ਨਹੀਂ ਨਜ਼ਰ ਆ ਰਹੀ, ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਜਦੋਂ ਸਮਾਂ ਲੰਘ ਜਾਏਗਾ, ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਰੂਰ ਨਜ਼ਰ ਆਏਗਾ ਅਤੇ ਇਸ ਤੋਂ ਬਾਅਦ ਕੀ ਫੈਸਲਾ ਲਿਆ ਜਾਏਗਾ ਤੇ ਇਸ ਤੋਂ ਬਾਅਦ ਅਮਰੀਕਾ ਦੀ ਸਥਿਤੀ ਕੀ ਹੋਵੇਗੀ, ਇਹ ਦੇਖਣਾ ਬਹੁਤ ਜ਼ਰੂਰੀ ਹੋਏਗਾ ਕਿ ਕੀ ਟਰੰਪ ਦੇ ਫੈਸਲੇ, ਟੈਰਿਫ ਦੇ ਫੈਸਲੇ ਸਹੀ ਸਾਬਤ ਹੋ ਰਹੇ ਨੇ ਜਾਂ ਗਲਤ। ਇਸ ਦੇ ਨਾਲ ਹੀ ਮੈਂ ਗੱਲ ਕਰ ਲੈਂਦੀ ਹਾਂ ਅਮਰੀਕਾ ਤੇ ਭਾਰਤ ਦੇ ਟੈਰਿਫ ਮੁੱਦੇ ਬਾਰੇ। ਅਮਰੀਕਾ ਤੇ ਭਾਰਤ ਵਿੱਚ ਕਾਫੀ ਲੰਬੇ ਸਮੇਂ ਤੋਂ ਗੱਲਬਾਤ ਜਾਰੀ ਸੀ। ਵਪਾਰ ਸਮਝੌਤਾ ਜਾਂ ਵਪਾਰਿਕ ਗੱਲਬਾਤ ਜੋ ਸੀ ਚੱਲ ਰਹੀ ਸੀ। ਇਹ ਉਮੀਦ ਕੀਤੀ ਜਾ ਰਹੀ ਸੀ ਕਿ ਇਹ ਵਪਾਰਕ ਗੱਲਬਾਤ ਜੋ ਹੈ ਸਿਰੇ ਚੜ ਜਾਏਗੀ, ਪਰ ਐਸਾ ਨਹੀਂ ਹੋ ਸਕਿਆ। ਟਰੰਪ ਨੇ 2 ਅਪ੍ਰੈਲ ਨੂੰ ਸਭ ਤੋਂ ਪਹਿਲਾਂ ਟੈਰਿਫ ਲਗਾਇਆ, ਦੈਨ ਇਸ ਨੂੰ 90 ਦਿਨਾਂ ਲਈ ਮੁਲਤਵੀ ਕਰ ਦਿੱਤਾ ਜੋ ਜੁਲਾਈ ਤੱਕ ਪਹੁੰਚ ਗਿਆ। ਉਸ ਤੋਂ ਬਾਅਦ ਜੁਲਾਈ ਤੋਂ ਬਾਅਦ ਵੀ ਇਸ ਨੂੰ 1 ਮਹੀਨੇ ਲਈ ਹੋਰ ਵਧਾ ਦਿੱਤਾ ਗਿਆ ਜੋ ਅਗਸਤ ਤੱਕ ਪਹੁੰਚ ਗਿਆ। 1 ਅਗਸਤ ਉਹ ਸਮਾਂ ਸੀ ਜਦੋਂ ਡੋਨਲਡ ਟਰੰਪ ਨੇ ਇਹ ਕਿਹਾ ਕਿ 1 ਅਗਸਤ ਬਾਅਦ ਸਾਰੇ ਮੁਲਕਾਂ ਤੇ ਟੈਰਿਫ ਲਗਾਏ ਜਾਣਗੇ, ਪਰ ਗੱਲ ਇੱਥੇ ਨਹੀਂ ਮੁੱਕਦੀ, ਕਿਉਂਕਿ 1 ਅਗਸਤ ਤੋਂ ਬਾਅਦ ਇਸ ਟਾਈਮ ਨੂੰ ਹੋਰ ਵਧਾ ਦਿੱਤਾ ਗਿਆ ਜਦ 7 ਅਗਸਤ ਕਰ ਦਿੱਤਾ ਗਿਆ। 7 ਅਗਸਤ ਤੋਂ ਬਾਅਦ ਇਹ ਵੀ ਕਿਹਾ ਜਾ ਰਿਹਾ ਹੈ ਅਗਲੀ 27 ਅਗਸਤ ਤੋਂ ਬਾਅਦ ਦੁਬਾਰਾ ਟੈਰਿਫ ਲੱਗਿਆ ਜਾਏਗਾ। ਪਰ ਡੋਨਲਡ ਟਰੰਪ ਨੇ ਪੂਰੇ ਦੇਸ਼ਾਂ ਦੇ ਲਈ, ਦੁਨੀਆ ਦੇ ਦੇਸ਼ਾਂ ਦੇ ਲਈ ਆਪਣਾ ਟੈਰਿਫ ਜੋ ਹੈ ਉਹ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਸਾਡਾ ਭਾਰਤ ਦੇਸ਼ ਵੀ ਸ਼ਾਮਲ ਹੈ। ਦੋਨਾਂ ਦੇਸ਼ਾਂ ਵਿੱਚ ਵਪਾਰਕ ਗੱਲਬਾਤ ਤਾਂ ਚੱਲੀ, ਪਰ ਕੋਈ ਨਤੀਜਾ ਨਹੀਂ ਨਿਕਲ ਸਕਿਆ। ਇਹੀ ਰੀਜ਼ਨ ਹੈ ਕਿ ਭਾਰਤ ਨੂੰ ਟੈਰਿਫ ਦਾ ਸਾਹਮਣਾ ਕਰਨਾ ਪਿਆ। ਦੂਸਰਾ ਰੀਜ਼ਨ ਇਹ ਵੀ ਹੈ ਕਿ ਭਾਰਤ ਰੂਸ ਤੋਂ ਲਗਾਤਾਰ ਤੇਲ ਖਰੀਦ ਰਿਹਾ ਹੈ, ਜੋ ਅਮਰੀਕਾ ਨਹੀਂ ਚਾਹੁੰਦਾ।
ਟਰੰਪ ਨੇ ਪਹਿਲਾਂ ਹੀ ਭਾਰਤ ਨੂੰ ਚੇਤਾਵਨੀ ਦਿੱਤੀ ਸੀ ਕਿ ਅਗਰ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਨਹੀਂ ਕਰਦਾ ਤੇ ਭਾਰਤ ਨੂੰ ਟੈਰਿਫ ਦਾ ਸਾਹਮਣਾ ਕਰਨਾ ਪਏਗਾ ਅਤੇ ਉਸ ਤੇ ਦੁੱਗਣਾ ਟੈਰਿਫ ਲੱਗੇਗਾ। ਇਸ ਕਰਕੇ ਪਹਿਲਾਂ ਤਾਂ ਭਾਰਤ ਉੱਤੇ ਅਮਰੀਕਾ ਵੱਲੋਂ 25% ਟੈਰਿਫ ਲਗਾਇਆ ਗਿਆ, ਪਰ ਜਦੋਂ ਭਾਰਤ ਨੇ ਅਮਰੀਕਾ ਦੀ ਗੱਲ ਨਹੀਂ ਮੰਨੀ ਤੇ ਭਾਰਤ ਦੇ ਉੱਤੇ 25% ਟੈਰਿਫ ਹੋਰ ਲਗਾਇਆ ਗਿਆ ਹੈ, ਯਾਨੀ 50% ਕਰ ਦਿੱਤਾ ਗਿਆ। ਇਹ 50% ਜੋ ਹੈ ਅਗਲੇ ਟਾਈਮ ਤੋਂ, ਯਾਨੀ ਕਿ ਜੋ ਅਗਲੀ ਤਰੀਕ ਹੈ 27 ਅਗਸਤ, ਉਦੋਂ ਤੋਂ ਭਾਰਤ ਉੱਤੇ ਲਾਗੂ ਹੋਏਗਾ। ਔਰ ਇਸ ਤੋਂ ਬਾਅਦ ਅਮਰੀਕਾ ਟੈਰਿਫ ਮੁੱਦੇ ਤੇ ਭਾਰਤ ਅਤੇ ਅਮਰੀਕਾ ਵਿਚਕਾਰ ਜੋ ਹੈ ਤਣਾਅ ਹੁਣ ਆਪਣੇ ਸਿਖਰ ਤੇ ਪਹੁੰਚ ਚੁੱਕਿਆ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਚੱਲ ਰਹੀ ਵਪਾਰਕ ਗੱਲਬਾਤ ਬਾਰੇ ਇੱਕ ਵੱਡਾ ਬਿਆਨ ਦੇ ਦਿੱਤਾ ਹੈ, ਕਿਉਂਕਿ ਇਸ ਟੈਰਿਫ ਦੇ ਵਿੱਚ ਕੀ ਗੱਲਬਾਤ ਹੋਏਗੀ ਕਿ ਨਹੀਂ ਹੋਏਗੀ, ਇੱਕ ਵੱਡਾ ਸਵਾਲ ਸਾਹਮਣੇ ਆ ਰਿਹਾ ਸੀ ਕਿ ਅਗਰ ਇਹਨਾਂ ਦੇ ਵਿੱਚ ਵਪਾਰਕ ਗੱਲਬਾਤ ਹੁੰਦੀ ਹੈ ਕਿ ਟੈਰਿਫ ਵਿੱਚ ਕੁਝ ਢਿੱਲ ਹੁੰਦੀ ਹੈ, ਯਾਨੀ ਕਿ 50% ਤੋਂ ਇਸ ਟੈਰਿਫ ਨੂੰ ਘਟਾਇਆ ਜਾਏਗਾ ਕਿ ਨਹੀਂ ਘਟਾਇਆ ਜਾਏਗਾ। ਇਸ ਉੱਤੇ ਹੀ ਟਰੰਪ ਨੇ ਆਪਣਾ ਇੱਕ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਦੋਵਾਂ ਦੇਸ਼ਾਂ ਦੇ ਵਿਚਕਾਰ ਟੈਰਿਫ ਮੁੱਦਾ ਹੱਲ ਨਹੀਂ ਹੁੰਦਾ, ਯਾਨੀ ਕਿ ਜਦੋਂ ਤੱਕ ਇਹ ਟੈਰਿਫ ਮੁੱਦਾ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਦੋਵਾਂ ਦੇਸ਼ਾਂ ਦੇ ਵਿੱਚ ਕੋਈ ਵੀ ਗੱਲਬਾਤ ਨਹੀਂ ਹੋਵੇਗੀ। ਯਾਨੀ ਕਿ ਦੋਵੇਂ ਦੇਸ਼ ਜਿਹੜੇ ਨੇ ਇਸੇ ਤਰੀਕੇ ਦੇ ਨਾਲ ਚੱਲਦੇ ਰਹਿਣਗੇ। ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਗੱਲਬਾਤ ਜਿਹੜੀ ਹੈ ਉਹ ਨਹੀਂ ਹੋਏਗੀ ਜਦੋਂ ਤੱਕ ਟੈਰਿਫ ਮੁੱਦਾ ਹੱਲ ਨਹੀਂ ਹੁੰਦਾ। ਉਹਨਾਂ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਅਮਰੀਕਾ ਦੁਆਰਾ 25% ਟੈਰਿਫ ਅਤੇ ਰੂਸ ਤੋਂ ਰੱਖਿਆ ਖਰੀਦਦਾਰੀ ਕਾਰਨ 25% ਵਾਧੂ ਟੈਰਿਫ ਲਗਾਇਆ ਗਿਆ, ਯਾਨੀ ਕਿ ਜਦੋਂ ਤੋਂ ਅਮਰੀਕਾ ਦੇ ਵੱਲੋਂ ਭਾਰਤ ਤੇ 50% ਟੈਰਿਫ ਲਗਾਇਆ ਗਿਆ, ਉਸ ਤੋਂ ਬਾਅਦ ਇਹ ਜੋ ਬਿਆਨ ਹੈ ਟਰੰਪ ਦਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਭਾਰਤ ਨੇ ਵੀ ਇਹ ਸਪਸ਼ਟ ਕੀਤਾ ਹੈ ਕਿ ਉਹ ਆਪਣੇ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ। ਭਾਰਤ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ ਅਤੇ ਹਮੇਸ਼ਾ ਨਾਲ ਖੜੇ ਰਹਾਂਗੇ, ਚਾਹੇ ਕੋਈ ਵੀ ਦੇਸ਼ ਕਿਉਂ ਨਾ ਹੋਵੇ। ਦਰਅਸਲ ਜਦੋਂ ਟਰੰਪ ਨੂੰ ਓਵਲ ਦਫ਼ਤਰ ਵਿੱਚ ਪੁੱਛਿਆ ਗਿਆ ਸੀ ਕਿ ਕੀ ਉਹ 50% ਟੈਰਿਫ ਦੇ ਐਲਾਨ ਤੋਂ ਬਾਅਦ ਵਪਾਰ ਗੱਲਬਾਤ ਵਿੱਚ ਵਾਧੇ ਦੀ ਉਮੀਦ ਕਰਦੇ ਹਨ, ਇਸ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨਕਾਰ ਕਰ ਦਿੱਤਾ। ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਇਹ ਕਿਹਾ ਕਿ ਨਹੀਂ, ਇਸ ਮੁੱਦੇ ਨੂੰ ਹੱਲ ਕਰਨ ਤੱਕ ਇਸ ਦੀ ਕੋਈ ਉਮੀਦ ਨਹੀਂ ਹੈ। ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਬਾਰੇ ਗੱਲਬਾਤ ਫਰਵਰੀ ਵਿੱਚ ਸ਼ੁਰੂ ਹੋਈ ਸੀ। ਹੁਣ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਫਰਵਰੀ ਤੋਂ ਲੈ ਕੇ ਅਗਸਤ ਮਹੀਨੇ ਤੱਕ ਦੋਨਾਂ ਦੇਸ਼ਾਂ ਵਿਚਕਾਰ ਕੋਈ ਗੱਲਬਾਤ ਨਹੀਂ ਹੋ ਪਾ ਰਹੀ ਹੈ। ਇਸ ਵਜ੍ਹਾ ਦੋਨਾਂ ਨੇ ਆਪਣੇ ਵਫਦ ਵੀ ਇੱਕ ਦੂਸਰੇ ਦੇ ਦੇਸ਼ਾਂ ਵਿੱਚ ਭੇਜੇ, ਕਿੰਨੇ ਸਾਰੇ ਇਹਨਾਂ ਦੇ ਦੌਰੇ ਹੋਏ, ਪਰ ਫਿਰ ਵੀ ਕੋਈ ਵੀ ਨਤੀਜਾ ਨਹੀਂ ਨਿਕਲ ਆਇਆ। ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਬਾਰੇ ਗੱਲ ਜੋ ਸੀ ਫਰਵਰੀ ਤੋਂ ਸ਼ੁਰੂ ਹੋਈ ਸੀ, ਜਿਵੇਂ ਮੈਂ ਕਿਹਾ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਲਗਭਗ 1 ਮਹੀਨੇ ਬਾਅਦ। ਯਾਨੀ ਕਿ ਭਾਰਤ ਉਹਨਾਂ ਪਹਿਲੇ ਕੁਝ ਦੇਸ਼ਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਅਮਰੀਕਾ ਦੇ ਨਾਲ ਜਲਦੀ ਤੋਂ ਜਲਦੀ ਵਪਾਰ ਸਮਝੌਤੇ ਨੂੰ ਤਰਜੀਹ ਦਿੱਤੀ ਸੀ ਅਤੇ ਪੂਰੀ ਕੋਸ਼ਿਸ਼ ਕੀਤੀ ਸੀ ਕਿ ਅਮਰੀਕਾ ਦੇ ਨਾਲ ਇੱਕ ਚੰਗਾ ਸਬੰਧ ਬਣ ਸਕੇ ਅਤੇ ਅਮਰੀਕਾ ਦੇ ਨਾਲ ਇੱਕ ਚੰਗਾ ਵਪਾਰ ਹੋ ਸਕੇ, ਪਰ ਐਸਾ ਨਹੀਂ ਹੋਇਆ। ਦੋਵਾਂ ਦੇਸ਼ਾਂ ਨੇ ਵਪਾਰ ਗੱਲਬਾਤ ਲਈ ਆਪਣੇ ਵਫਦਾਂ ਦਾ ਐਲਾਨ ਵੀ ਕੀਤਾ ਸੀ। ਹਾਲਾਂਕਿ ਪਿਛਲੇ 5 ਮਹੀਨਿਆਂ ਵਿੱਚ 5 ਮੀਟਿੰਗਾਂ ਦੇ ਬਾਵਜੂਦ ਭਾਰਤ ਅਮਰੀਕਾ ਕਿਸੇ ਸਮਝੌਤੇ ਤੇ ਨਹੀਂ ਪਹੁੰਚ ਸਕੇ। ਅਮਰੀਕੀ ਟੀਮ ਭਾਰਤ ਅਤੇ ਅਮਰੀਕਾ ਵਿਚਕਾਰ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ ਲਈ ਅਗਲੇ ਦੌਰ ਦੀ ਗੱਲਬਾਤ ਲਈ 25 ਅਗਸਤ ਨੂੰ ਭਾਰਤ ਦਾ ਦੌਰਾ ਕਰੇਗੀ। ਹਲੇ ਵੀ ਉਮੀਦ ਜਤਾਈ ਜਾ ਰਹੀ ਹੈ ਕਿ 25 ਅਗਸਤ ਨੂੰ ਸ਼ਾਇਦ ਕੋਈ ਐਸਾ ਫੈਸਲਾ ਆ ਜਾਏ ਜਾਂ ਕੋਈ ਐਸਾ ਹੱਲ ਨਿਕਲ ਆਏ ਜਿਸ ਨਾਲ ਇਹ ਮੁੱਦਾ ਸੋਲਵ ਹੋ ਸਕੇ। ਸੋ ਟਰੰਪ ਨੇ ਪਹਿਲਾਂ ਵੀ ਵਾਰ-ਵਾਰ ਕਿਹਾ ਕਿ ਭਾਰਤ ਰੂਸ ਤੋਂ ਤੇਲ ਖਰੀਦਦਾ ਹੈ ਅਤੇ ਅਜਿਹਾ ਕਰਕੇ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਯੁੱਧ ਭੜਕਾਉਣ ਵਿੱਚ ਮਦਦ ਕਰ ਰਿਹਾ ਹੈ। ਭਾਰਤ ਦਾ ਕਹਿਣਾ ਹੈ ਕਿ ਉਹ ਐਸਾ ਕੁਝ ਵੀ ਨਹੀਂ ਕਰ ਰਿਹਾ। ਭਾਰਤ ਤੇ ਦਬਾਅ ਪਾਉਣ ਦੇ ਆਪਣੇ ਕਦਮ ਦੇ ਹਿੱਸੇ ਵਜੋਂ ਟਰੰਪ ਨੇ 25% ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਸੇ ਕਰਕੇ ਇਹ ਦਬਾਅ ਭਾਰਤ ਉੱਤੇ ਪਾਇਆ ਜਾ ਰਿਹਾ ਹੈ ਤਾਂ ਕਿ ਇਸ ਦਬਾਅ ਦੇ ਚਲਦੇ ਭਾਰਤ ਜੋ ਹੈ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇ। ਪਰ ਗੱਲਬਾਤ ਲਈ ਵਿਕਲਪ ਵੀ ਖੁੱਲਾ ਰੱਖਿਆ ਹੈ, ਯਾਨੀ ਕਿ ਦਬਾਅ ਤਾਂ ਟਰੰਪ ਵੱਲੋਂ ਪਾਇਆ ਗਿਆ ਪਰ ਗੱਲਬਾਤ ਲਈ ਰਾਹ ਵੀ ਖੁੱਲਾ ਰੱਖਿਆ ਹੋਇਆ। ਕਾਰਜਕਾਰੀ ਆਦੇਸ਼ ਅਨੁਸਾਰ ਵਾਧੂ ਟੈਰਿਫ 27 ਅਗਸਤ ਤੋਂ ਲਾਗੂ ਹੋਵੇਗਾ, ਜਦਕਿ ਅਮਰੀਕੀ ਟੀਮ ਦੁਵੱਲੇ ਵਪਾਰ ਸਮਝੌਤੇ ਤੇ ਗੱਲਬਾਤ ਕਰਨ ਲਈ 25 ਅਗਸਤ ਨੂੰ ਭਾਰਤ ਆ ਰਹੀ ਹੈ। ਟਰੰਪ ਨੇ ਸ਼ੁਰੂਆਤੀ ਟੈਰਿਫ ਦੇ ਐਲਾਨ ਤੋਂ ਬਾਅਦ ਵੀ ਗੱਲਬਾਤ ਦੇ ਵਿਕਲਪ ਖੁੱਲੇ ਰੱਖੇ ਸਨ। ਸ਼ੁਰੂ ਵਿੱਚ ਸ਼ੁਰੂਆਤੀ ਟੈਰਿਫ 1 ਅਗਸਤ ਨੂੰ ਲਾਗੂ ਕੀਤਾ ਜਾਣਾ ਸੀ, ਜਿਸ ਨੂੰ 7 ਅਗਸਤ ਤੱਕ ਵਧਾ ਦਿੱਤਾ ਗਿਆ ਸੀ, ਪਰ ਹੁਣ ਐਸਾ ਨਹੀਂ ਹੋਇਆ। ਹੁਣ 27 ਅਗਸਤ ਤੱਕ ਵੱਧ ਚੁੱਕਿਆ ਹੈ, ਪਰ 27 ਅਗਸਤ ਤੋਂ ਪਹਿਲਾਂ ਜੋ ਅਮਰੀਕਾ ਦਾ ਵਫਦ ਭਾਰਤ ਆ ਰਿਹਾ ਇਹਨਾਂ ਵਿੱਚ ਗੱਲਬਾਤ ਹੋਣੀ ਹਲੇ ਬਾਕੀ ਹੈ। ਪਰ ਟਰੰਪ ਵੱਲੋਂ ਇਹ ਕਿਹਾ ਗਿਆ ਹੈ ਕਿ ਕੋਈ ਵੀ ਵਪਾਰਕ ਗੱਲਬਾਤ ਨਹੀਂ ਹੋਏਗੀ ਜਦੋਂ ਤੱਕ ਟੈਰਿਫ ਦਾ ਮਸਲਾ ਹੱਲ ਨਹੀਂ ਹੋ ਜਾਂਦਾ। ਅਮਰੀਕਾ ਤੇ ਭਾਰਤ ਵਿਚਕਾਰ ਵਪਾਰ ਯੁੱਧ ਸ਼ੁਰੂ ਹੋ ਗਿਆ ਹੈ, ਪਰ ਇਸ ਦਾ ਸਭ ਤੋਂ ਜ਼ਿਆਦਾ ਅਸਰ ਜੋ ਹੈ ਅਮਰੀਕਾ ਵਿੱਚ ਮੌਜੂਦ ਭਾਰਤੀ ਪ੍ਰਵਾਸੀਆਂ ਤੇ ਪਵੇਗਾ।
ਅਗਰ ਅਮਰੀਕਾ ਭਾਰਤ ਦੇ ਸੰਬੰਧ ਠੀਕ ਰਹਿੰਦੇ ਨੇ ਤੇ ਕਿਤੇ ਨਾ ਕਿਤੇ ਉਹਨਾਂ ਪ੍ਰਵਾਸੀਆਂ ਲਈ ਬਹੁਤ ਵੱਡੀ ਰਾਹਤ ਹੈ। ਪਰ ਅਗਰ ਇਹਨਾਂ ਦੋਨਾਂ ਦੇਸ਼ਾਂ ਦੇ ਸੰਬੰਧ ਵਿਗੜ ਜਾਂਦੇ ਨੇ, ਪਰ ਉਸ ਤੋਂ ਬਾਅਦ ਇਹਨਾਂ ਪ੍ਰਵਾਸੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਦੀ ਚਿੰਤਾ ਜ਼ਰੂਰ ਹੈ, ਕਿਉਂਕਿ ਅਮਰੀਕਾ ਭਾਰਤ ਦੇ ਸੰਬੰਧ ਸਹੀ ਹੋਣਾ ਬਹੁਤ ਜ਼ਰੂਰੀ ਹੈ। ਅਮਰੀਕਾ ਵਿੱਚ ਇਸ ਸਮੇਂ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਪੰਜਾਬੀ ਰਹਿੰਦੇ ਨੇ, ਲੱਖਾਂ ਦੀ ਗਿਣਤੀ ਵਿੱਚ ਜੋ ਸਾਡੇ ਭਾਰਤੀ ਰਹਿੰਦੇ ਨੇ, ਔਰ ਇਹਨਾਂ ਦੇ ਉੱਤੇ ਕਦੀ ਨਾ ਕਦੀ ਗਾਸ ਡਿੱਗ ਸਕਦੀ ਹੈ। ਇਸ ਗੱਲ ਦੀ ਉਹਨਾਂ ਨੂੰ ਚਿੰਤਾ ਇਸ ਕਰਕੇ ਹੈ ਕਿਉਂਕਿ ਭਾਰਤ ਅਮਰੀਕਾ ਦੇ ਜੋ ਰਿਸ਼ਤਾ ਹੈ ਖਰਾਬ ਹੁੰਦਾ ਜਾ ਰਿਹਾ ਹੈ, ਵਿੱਚ ਤਣਾਅ ਜਿਹੜਾ ਬਹੁਤ ਵੱਧ ਰਿਹਾ ਹੈ। ਇਸ ਦਾ ਸਭ ਤੋਂ ਜ਼ਿਆਦਾ ਵੱਡਾ ਪ੍ਰਭਾਵ ਜੋ ਕਹਾਂ ਤੇ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਤੇ ਪੈ ਸਕਦਾ ਹੈ। ਇਸ ਤਣਾਅ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ ਕਿਉਂਕਿ ਅਗਰ ਡੋਨਲਡ ਟਰੰਪ ਨੇ ਭਾਰਤ ਦੇ ਨਾਲ ਖਰਾਬ ਸੰਬੰਧ ਹੋ ਜਾਂਦੇ ਨੇ ਤੇ ਡੋਨਲਡ ਟਰੰਪ ਵੱਲੋਂ ਇਹਨਾਂ ਪ੍ਰਵਾਸੀਆਂ ਲਈ ਕੋਈ ਨਵਾਂ ਐਲਾਨ ਕੀਤਾ ਜਾ ਸਕਦਾ ਹੈ, ਕੋਈ ਫੈਸਲਾ ਸੁਣਾਇਆ ਜਾ ਸਕਦਾ ਹੈ ਜਿਸ ਬਾਰੇ ਕੋਈ ਨਹੀਂ ਜਾਣਦਾ। ਇਹ ਜੋ ਅਸਰ ਹੈ, ਜੋ ਪ੍ਰਭਾਵ ਹੈ, ਖਾਸ ਕਰਕੇ H1B ਵੀਜ਼ਾ ਧਾਰਕਾਂ ਦੀ ਚਿੰਤਾ ਦਾ ਵਧਣਾ ਸੁਭਾਵਿਕ ਹੈ ਕਿਉਂਕਿ ਟਰੰਪ ਸਰਕਾਰ ਤੇ ਪਹਿਲਾਂ ਹੀ ਦਬਾਅ ਹੈ ਕਿ ਸਰਕਾਰ ਅਜਿਹੇ ਪੇਸ਼ੇਵਰਾਂ ਪ੍ਰਤੀ ਬਹੁਤ ਨਰਮ ਹੈ ਜੋ H1B ਵੀਜ਼ਾ ਧਾਰਕ ਨੇ। ਉਸ ਤੋਂ ਇਲਾਵਾ ਪੰਜਾਬੀ ਪੇਸ਼ੇਵਰਾਂ ਦਾ ਕਹਿਣਾ ਹੈ ਕਿ ਇਹ ਸੰਕਟ ਦਾ ਸਮਾਂ ਹੈ। ਇਹ ਕੋਈ ਸਹੀ ਗੱਲ ਨਹੀਂ ਹੈ। ਪੰਜਾਬੀ ਮੂਲ ਦੇ ਵੱਡੀ ਗਿਣਤੀ ਵਿੱਚ ਲੋਕ ਜਾਂ ਤਾਂ ਰਾਜਨੀਤਿਕ ਸ਼ਰਨ ਤੇ ਹਨ ਜਾਂ H1B ਵੀਜ਼ਾ ਤੇ ਹਨ। ਪਹਿਲਾਂ ਹੀ ਇਮੀਗ੍ਰੇਸ਼ਨ ਨੀਤੀਆਂ ਨੇ ਕਾਨੂੰਨੀ ਪ੍ਰਵਾਸੀਆਂ ਵਿੱਚ ਵੀ ਚਿੰਤਾ ਪੈਦਾ ਕਰ ਦਿੱਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਦੇ ਟੈਰਿਫ ਬੰਬ ਦਾ ਜਵਾਬ ਦਿੰਦੇ ਹੋਏ ਇਹ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਸਾਡੀ ਤਰਜੀਹ ਹੈ। ਅਸੀਂ ਕਿਸਾਨ ਭਰਾਵਾਂ ਦੇ ਨਾਲ ਮਜ਼ਬੂਤੀ ਨਾਲ ਖੜੇ ਹਾਂ। ਉਧਰ ਸਰਹੱਦੀ ਜਾਂਚ ਹੁਣ ਸਿਰਫ ਗੈਰ ਕਾਨੂੰਨੀ ਪ੍ਰਵੇਸ਼ ਕਰਨ ਵਾਲਿਆਂ ਨੂੰ ਨਹੀਂ ਸਗੋਂ ਗ੍ਰੀਨ ਕਾਰਡ ਧਾਰਕਾਂ ਅਤੇ ਵੀਜ਼ਾ ਧਾਰਕਾਂ ਨੂੰ ਵੀ ਉਹਨਾਂ ਦੇ ਬਿਆਨਾਂ ਜਾਂ ਯਾਤਰਾ ਇਤਿਹਾਸ ਦੇ ਆਧਾਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਨਤਕ ਟਿੱਪਣੀਆਂ ਵਿੱਚ ਕਿਹਾ ਗਿਆ ਹੈ ਕਿ ਗ੍ਰੀਨ ਕਾਰਡ ਧਾਰਕਾਂ ਨੂੰ ਰਹਿਣ ਦਾ ਕੋਈ ਗਾਰੰਟੀਸ਼ੁਦਾ ਅਧਿਕਾਰ ਨਹੀਂ ਹੈ। ਇਸ ਨਾਲ ਕਾਨੂੰਨੀ ਨਿਵਾਸੀਆਂ ਵਿੱਚ ਵਿਆਪਕ ਅਨਿਸ਼ਚਿੰਤਾ ਵੱਧ ਗਈ ਹੈ। ਅਮਰੀਕਾ ਵਿੱਚ ਇੱਕ ਪੰਜਾਬੀ ਕਾਰੋਬਾਰੀ ਦਾ ਇਹ ਕਹਿਣਾ ਹੈ ਕਿ ਹਾਲ ਹੀ ਵਿੱਚ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਕਿਹਾ ਸੀ ਕਿ ਉਹ H1B ਵੀਜ਼ਾ ਦਾ ਸਮਰਥਨ ਕਰਦੇ ਹਨ। ਇਹ ਮੁੱਦਾ ਕਾਫੀ ਜ਼ਿਆਦਾ ਉੱਠਿਆ ਸੀ ਇੱਕ ਸਮੇਂ ਤੇ ਜਦੋਂ ਐਲੋਨ ਮਸਕ ਵੀ ਟਰੰਪ ਦੇ ਨਾਲ ਹੁੰਦੇ ਸੀ। ਉਦੋਂ ਐਲੋਨ ਮਸਕ ਨੇ ਖੁਦ ਕਿਹਾ ਸੀ H1B ਵੀਜ਼ਾ ਦਾ ਉਹ ਸਮਰਥਨ ਕਰਦੇ ਨੇ। ਇਸ ਵਾਰ ਡੋਨਲਡ ਟਰੰਪ ਨੇ ਪਹਿਲਾਂ ਇਸ ਦਾ ਵਿਰੋਧ ਕੀਤਾ ਸੀ ਪਰ ਬਾਅਦ ਵਿੱਚ ਇਸ ਦਾ ਸਮਰਥਨ ਕੀਤਾ। ਉਹਨਾਂ ਨੇ ਕਿਹਾ ਕਿ H1B ਵੀਜ਼ਾ ਧਾਰਕ ਮੇਰੇ ਨਾਲ ਬਹੁਤ ਜ਼ਿਆਦਾ ਮੌਜੂਦ ਨੇ, ਈਵਨ ਕਿ ਉਹਨਾਂ ਦੇ ਘਰ ਵਿੱਚ ਵੀ ਬਹੁਤ ਸਾਰੇ ਐਸੇ ਲੋਕ ਕੰਮ ਕਰਦੇ ਨੇ ਜੋ H1B ਵੀਜ਼ਾ ਥਰੂ ਅਮਰੀਕਾ ਪਹੁੰਚੇ ਹੋਏ ਨੇ। ਟਰੰਪ ਨੇ ਇਸ ਦਾ ਸਮਰਥਨ ਕੀਤਾ ਸੀ ਪਰ ਕਿਤੇ ਨਾ ਕਿਤੇ ਟਰੰਪ ਨੂੰ ਇਸ ਦਾ ਸਮਰਥਨ ਕਰਨਾ ਭਾਰੀ ਪੈ ਗਿਆ ਸੀ ਜਦੋਂ ਉਹਨਾਂ ਦੇ ਹੀ ਕੁਝ ਸਮਰਥਕ ਜਿਹੜੇ ਨੇ ਇਸ ਦੇ ਵਿਰੋਧ ਵਿੱਚ ਆ ਗਏ। ਸੋ ਜਦੋਂ ਟਰੰਪ ਨੇ ਕਿਹਾ ਕਿ H1B ਵੀਜ਼ਾ ਦਾ ਸਮਰਥਨ ਕਰਦੇ ਨੇ, ਇਸ ਨਾਲ ਵੀਜ਼ਾ ਧਾਰਕਾਂ ਨੂੰ ਰਾਹਤ ਮਿਲੀ ਸੀ क्योंकि एक पॉजिटिविटी आई सी कि थैंक गॉड कि राष्ट्रपति ने ऐसा फैसला लिया और राष्ट्रपति ने सोचा कि H1B वीज़ा धारक एक अच्छा विकल्प है। पर हुण डोनल्ड ट्रंप किते ना किते पलटी मारते हुए नजर आ रहे ने। इस बयान दे नाल उन्हां दे बहुत सारे समर्थकां नूं गुस्सा आ गया सी जो सख्त इमीग्रेशन नीति लागू करन दी मांग कर रहे सी, जिन्हां दा यह कहना सी कि अमेरिका विच कोई भी ऐसा प्रवासी नहीं रहना चाहिए, ना ही किसी नूं पक्के तौर ते इत्थे रहण दी इजाजत मिलनी चाहिए है। जो इस विरुद्ध सी उन्हां ने ट्रंप के उत्ते अपना गुस्सा जाहिर किया। हुण जदों कुड़तन वध रही है तो ट्रंप के दबाव वधना सुभाविक हो चुका है। इत्थे पहला ही एक माहौल है कि गैर अमरीकी इस वीजे ते अमेरिका आ रहे हैं अते उन्हां दीयां नौकरियां खो रहे हैं। इस समय भारतीयों कोल सब तो वध H1B वीजा हैं। एक होर पंजाबी जो H1B वीजा ते पंजाब तो अमेरिका विच है, उसका कहना है कि अमेरिका दीयां इमीग्रेशन नीतियां भारतीयों नाल वितकरा करदियां हैं। जेकर भारत नाल संबंध विगड़ते रहे तो भविख विच किसी भी समय वीजा रद्द किया जा सकता है, जिस विच यह साफ तौर पर कहा जा सकता है कि ट्रंप अपना फैसला बदल सकते हैं। ट्रंप के सख्त कदमां ने H1B वीजा धारकां की चिंता वधा दी है। लंबे समय तो नौकरियां अते कानूनी स्थिति वाले लोग भी सख्त नीतियां लागू करन अते अचानक तब्दीलियां तो चिंतित हैं, जिस नाल अमेरिका विच काम करन अते रहन दे उन्हां दे अधिकार प्रभावित हो सकते हैं। इस नाल ही ट्रंप ने यह कह के चिंतावां वधा दित्तियां हन कि भारत अमेरिका का एक चंगा हिस्सेदार नहीं है। भारत और अमेरिका दे विच जो तनाव चल रहा है उस करके भारतीय प्रवासियों की चिंता दा जरूर बढ़ चुकी है, पर किते ना किते इस गल दा जो संभावना बहुत घट है कि दोनों देशों के विच कोई व्यापारक समझौता हो सकेगा।
अगर हो जाता है तो ये किते ना किते फायदेमंद होगा अगर भारत अमेरिका के संबंध सुधर जाते हैं। फिलहाल अमेरिका वालों कई बार कहा गया है कि भारत उसका चंगा दोस्त है, पर किते ना किते भारत नूं यह भी कह दिता गया है कि भारत अमेरिका का एक चंगा हिस्सेदार नहीं है। इस करके ये चिंता का विषय है। ट्रंप के ये बयान जिहड़े ने वो ये साबित करते हैं कि अमेरिका दे विच भारतीय का होना कोई सही नहीं है, या फिर मैं कहां कि अमेरिका दे विच जो भारती ने उन्हां दी चिंता हले होर भी बढ़ सकती है। सो हुण गल करदे हां जी दुनिया के सब तो शक्तिशाली पासपोर्ट्स की। पासपोर्ट की गिनती जिहड़ी है बहुत ज्यादा है, पर सब तो ज्यादा अहमियत वही पासपोर्ट रखता है जो सब तो ज्यादा शक्तिशाली है। एक नवी सूची सामने आई है जिस विच इस दस्सिया गया है कि दुनिया का सब तो ज्यादा शक्तिशाली पासपोर्ट किहड़ा है। सो तुहानूं दस्सां कि दुनिया भर के पासपोर्टां दा दर्जाबंदी करन वाली संस्था हेनली पासपोर्ट इंडेक्स ने पासपोर्टां दी 2025 दी नवी रैंकिंग जारी की है, जिस च दस्सिया गया कि किहड़े देश का पासपोर्ट कितना ताकतवर है ते उसकी कितनी महत्ता है। इस रैंकिंग च सिंगापुर दुनिया के पासपोर्टां की सूची में सब तो पहले नंबर ते आके सब तो ताकतवर बन गया है, जबकि जापान ते साउथ कोरिया दूजे नंबर ते हैं। सिंगापुर की गल करां ते सिंगापुर के नागरिक जो ने 193 देश, जबकि जापान और साउथ कोरिया के नागरिक 190 देशों च वीजा मुक्त यात्रा कर सकते हैं। इसी तरह आस्ट्रेलिया के पासपोर्ट धारकों के कोल विश्व भर में 185 मुल्क च बिना वीजा जान की सहूलत हासिल है। इस रैंकिंग दे विच भारत नूं 77वां स्थान मिलिया, जिस तहत भारतीय पासपोर्ट धारक जो ने 59 देशों च बिना वीजा यात्रा कर सकते हैं। सो इस तो बाद डेनमार्क, फिनलैंड, फ्रांस, जर्मनी, आयरलैंड, इटली, स्पेन तीजे नंबर ते आउंदे ने, जिन्हां नूं 199 देशों च बिना वीजा जान की सहूलत प्राप्त है। इस सूची च चौथे नंबर ते ऑस्ट्रिया, बेल्जियम, लग्जमबर्ग, नीदरलैंड, नार्वे, पुर्तगाल, स्वीडन हैं, जिन्हां दे नागरिक 188 देशों च बिना वीजा जा सकते हैं। ग्रीस, न्यूजीलैंड ते स्विट्जरलैंड इस रैंकिंग च 5वें नंबर ते हैं, जो कि 187 देशों च जा सकते हैं। इसी तरह यूके 6वें नंबर ते है, जिसके नागरिक जो ने 186 देशों च बिना वीजा जा सकते हैं। हुण गल करिए आस्ट्रेलिया की, तो आस्ट्रेलिया हो गया, चेकिया, हंगरी, माल्टा, पोलैंड 7वें नंबर ते आ जाते हैं। तो इत्थों के नागरिक जो ने 185 देशों के विच बगैर वीजा जा सकते हैं। हुण गल करिए कैनेडा की, तो कैनेडा हो गया, एस्टोनिया, यूएई 8वें स्थान पर आते हैं, जिस विच 184 देश शामिल ने। दैन क्रोएशिया, लातविया, स्लोवाकिया, स्लोवेनिया 9वें स्थान ते ने, जिस विच 183 देश आते हैं, जबकि 10वें नंबर ते आइसलैंड, लिथुआनिया, यूनाइटेड स्टेट्स हैं, जो कि 182 देशों की यात्रा बगैर वीजा कर सकते हैं। इस गल तो अंदाजा लगाया जा सकता है कि कैनेडा, अमेरिका वर्गे देश जिहड़े ने वो पहले 10 नंबर की सूची दे विच आउंदे ने, ਅਤੇ भारत जो है 77वें देश ते आ रहा है। यह भी कहा जा रहा है कि भारत को यह रैंकिंग मिली है, जो कि काफ़ी अच्छी गल है, क्योंकि ये रैंकिंग पहला काफ़ी ज़्यादा पिछे से हौली हौली करके भारत हूँ इस रैंकिंग च अगे बढ़ता जा रहा है। हुण गल करा जे मैं इस तरह के सब तो घट रैंकिंग वाले देशों के, सब तो घट रैंकिंग वाले देशों की सूची में सब तो पहला नाम भारत के गवांढी देश पाकिस्तान का आता है। दैन सोमालिया का, यमन का, इराक का, सीरिया ते अफगानिस्तान का है। पाकिस्तान, सोमालिया ते यमन इस दर्जाबंदी विच 96वें स्थान ते ने, यानी कि बिल्कुल एंड ते 4 पॉइंट छड्ड के। ते इत्थों दे नागरिक सिर्फ 32 देशों च बिना वीजा जा सकते हैं। इस दे नाल इराक जो है 97 है, जिस विच 30 देश शामिल ने। सीरिया जो 98वें स्थान ते आउंदा है, जिस विच 27 देश शामिल ने। अफगानिस्तान जो 99 नंबर ते, यानी कि 99वें नंबर ते आंदा, सब तो लास्ट सैकेंड ते आउंदा है। इस नागरिक सिर्फ 25 देशों बिना वीजा यात्रा कर सकते हैं। हेनली पासपोर्ट इंडेक्स वालों यह सूची वित्तीय फर्मां द्वारा बनाए गए इंडेक्स और एयर ट्रांसपोर्ट अथॉरिटी द्वारा मुहैया करवाए गए आंकड़ियां पर आधारित होती है। पासपोर्ट इंडेक्स अपनी किस्म का इकलौता इंडेक्स है जो अंतरराष्ट्रीय हवाई आवाजाही अथॉरिटी के विशेष डेटा पर आधारित है। सो इस विच भारत का 77वां स्थान है, बाकी देशों की सूची तुहानूं तासी दिती है। सो ऐसे आज के प्रोग्राम इंटरनेशनल अपडेट विच कुछ खास अपडेट्स देश विदेश ना खास तौर पर अमेरिका नाल जुड़िया होईयां होर अपडेट्स लैके मैं फिर तो हाजिर होवांगी। तुसीं बने रहो साडे चैनल पंजाब मेल यूएसए टीवी दे नाल। मैनूं दो जी आ गया, तुहाडे सब दा बहुत बहुत धन्नवाद।